ਅੱਜ ਦੀ ਅਸੀਂ ਇਸ ਵੀਡੀਓ ਰਾਹੀਂ ਸ਼੍ਰੇਣੀ 8ਵੀਂ ਵਿਸ਼ਾ ਸਮਾਜਿਕ ਦਾ ਭੂਗੋਲ ਪਾਠ ਨੰਬਰ 2 ਕੁਦਰਤੀ ਸਾਧਨ ਬਾਰੇ ਪੜ੍ਹਾਂਗੇ, ਕਿਉਂਕਿ ਇਸ ਤੋਂ ਪਹਿਲਾਂ ਵਾਲੇ ਜੋ ਡੇਲੀ ਡੋਜ਼ ਦਾ ਕੰਮ ਆਉਂਦਾ ਹੈ ਉਸ ਦੇ ਵਿੱਚ ਸਾਡੇ ਪਾਠ ਨੰਬਰ 2 ਭੂਗੋਲ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ ਅਸੀਂ ਪੜ੍ਹਿਆ ਹੈ ਮਿੱਟੀ ਸਾਧਨ ਬਾਰੇ। ਜਿਵੇਂ ਕਿ ਜੇ ਥੋੜ੍ਹਾ ਅਸੀਂ ਪਿਛਲਾ ਕੰਮ ਦੇਖੀਏ ਤਾਂ ਸਾਡੀ ਧਰਤੀ ਉੱਤੇ 29% ਹਿੱਸਾ ਜ਼ਮੀਨ ਹੈ, ਭੂਮੀ ਹੈ, ਅਤੇ 71% ਹਿੱਸਾ ਪਾਣੀ ਹੈ। ਜਿਵੇਂ ਕਿ ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 29% ਹਿੱਸਾ ਭੂਮੀ ਹੈ, ਲੈਂਡ ਹੈ, ਅਤੇ 71% ਹਿੱਸਾ ਪਾਣੀ ਹੈ। ਜੋ ਸਾਡੀ 29% ਹਿੱਸਾ ਭੂਮੀ ਹੈ, ਇਸ ਨੂੰ ਵੀ ਅੱਗੇ ਕਈ ਧਰਾਤਲੀ ਭਾਗਾਂ 'ਚ ਵੰਡਿਆ ਹੋਇਆ, ਜਿਵੇਂ ਪਹਾੜ, ਪਠਾਰ, ਮੈਦਾਨ ਆਦਿ। ਪਹਾੜ ਸਾਡੇ 29% ਦੇ ਵਿੱਚੋਂ ਪਹਾੜ ਨੇ ਜੋ ਉਹ 30% ਹਿੱਸਾ ਪਹਾੜੀ ਆ, ਕਿਉਂਕਿ ਸਾਡੇ ਭਾਰਤ ਦੀ ਗੱਲ ਕਰੀਏ ਅਸੀਂ, ਸਾਡੇ ਭਾਰਤ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ। ਜੇਕਰ ਅਸੀਂ ਜਿਹੜੇ ਭਾਰਤ ਦੇ ਖੇਤਰਫਲ ਦੀ ਗੱਲ ਕਰੀਏ ਤਾਂ 32,87,782 ਵਰਗ ਕਿਲੋਮੀਟਰ ਹੈ। ਤਾਂ ਅੱਗੇ ਜੋ ਭਾਰਤ ਦਾ ਸਾਡਾ 30% ਹਿੱਸਾ ਗਾ ਉਹ ਪਹਾੜੀ ਆ, ਭਾਵ 32,87,782 ਦੇ ਵਿੱਚੋਂ 30% ਹਿੱਸੇ ਉੱਤੇ ਪਹਾੜੀ ਖੇਤਰ ਹੈ। ਜਿਹੜੇ ਪਹਾੜ ਨੇ ਅਸੀਂ ਇਹਨਾਂ ਨੂੰ ਸਾਧਨਾਂ ਦਾ ਭੰਡਾਰ ਵੀ ਕਹਿੰਦੇ ਹਾਂ। ਜੋ ਸਾਡੇ ਪਠਾਰ ਸਾਡੇ ਭਾਰਤ ਦੇ ਕੁੱਲ ਖੇਤਰਫਲ ਦਾ 27% ਹਨ। ਪਠਾਰਾਂ ਤੋਂ ਸਾਨੂੰ ਖਣਿਜ ਪਦਾਰਥ ਮਿਲਦੇ ਹਨ। ਜੋ ਮੈਦਾਨ ਨੇ ਸਭ ਤੋਂ ਜ਼ਿਆਦਾ ਸੰਘਣੀ ਆਬਾਦੀ ਵਾਲੇ, ਉਹ ਪਾਏ ਜਾਂਦੇ ਨੇ 43%, 43%। ਅੱਗੇ ਅਸੀਂ ਜੇ ਭੂਮੀ ਦੀ ਵਰਤੋਂ ਕਰੀਏ, ਭੂਮੀ ਦੀ ਵਰਤੋਂ ਨੂੰ ਵੀ ਅਸੀਂ ਅੱਗੇ ਕਈ ਭਾਗਾਂ 'ਚ ਵੰਡਦੇ ਹਾਂ। ਜਿਵੇਂ ਨੰਬਰ 1 ਜੇਕਰ ਅਸੀਂ ਦੇਖੀਏ ਬਿਜਾਈ ਹੇਠ ਭੂਮੀ, ਨੈਟ ਸੋਨ ਏਰੀਆ, ਅਸੀਂ ਕਿੰਨਾ ਹਿੱਸਾ ਬਿਜਾਈ ਕਰਦੇ ਹਾਂ ਤਾਂ ਕਿੰਨੇ ਹਿੱਸੇ 'ਤੇ ਅਸੀਂ ਫਸਲ ਬੀਜਦੇ ਹਾਂ, ਉਹ ਹੈ 46% ਆ। ਅੱਗੇ ਇਹ ਵੀ ਖੇਤੀਬਾੜੀ ਦੀ ਕਿਹੜੀ ਮਿੱਟੀ 'ਤੇ ਖੇਤੀਬਾੜੀ ਕਿਸ ਤਰ੍ਹਾਂ ਦੀ ਹੁੰਦੀ ਹੈ, ਅੱਗੇ ਭਾਗਾਂ 'ਚ ਵੰਡਿਆ ਹੋਇਆ, ਜਿਸ ਤੇ ਅਸੀਂ ਫਸਲ ਕਰ ਸਕਦੇ ਹਾਂ, ਕੋਈ ਫਸਲ ਬੀਜ ਸਕਦੇ ਹਾਂ। ਉਹ ਬਿਜਾਈ ਹੇਠ ਭੂਮੀ ਸਾਡੇ ਭਾਰਤ ਵਿੱਚ 46% ਆ ਗਈ, 46%। ਜੇਕਰ ਅਸੀਂ ਗੱਲ ਕਰੀਏ ਉਸ ਤੋਂ ਅੱਗੇ ਆ ਜਾਂਦਾ ਗੈਰ ਖੇਤੀ ਭੂਮੀ। ਗੈਰ ਖੇਤੀ ਭੂਮੀ ਦੇ ਵਿੱਚ ਕੀ ਆਉਂਦਾ? ਗੈਰ ਖੇਤੀ ਭੂਮੀ ਦੇ ਵਿੱਚ ਆਉਂਦਾ ਗਾ ਉੱਥੇ ਅਸੀਂ ਆਪਣੇ ਘਰ, ਪਿੰਡ, ਸ਼ਹਿਰ, ਸੜਕਾਂ, ਰੇਲਵੇ ਲਾਈਨ, ਦਰਿਆਵਾਂ, ਝੀਲਾਂ, ਮਤਲਬ ਜਿਹੜੀ ਜਗ੍ਹਾ, ਜਿਹੜੀ ਭੂਮੀ 'ਤੇ ਅਸੀਂ ਆਪਣੇ ਘਰ ਪਾ ਰੱਖੇ ਨੇ, ਦਰਿਆ ਨੇ, ਝੀਲਾਂ ਨੇ, ਸੜਕਾਂ ਨੇ, ਅਸੀਂ ਆਪਣੀਆਂ ਸਹੂਲਤਾਂ ਦੇ ਵਾਸਤੇ ਉਸ ਧਰਤੀ ਨੂੰ, ਉਸ ਹਿੱਸੇ ਨੂੰ ਵੰਡ ਰੱਖਿਆ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਗੈਰ ਖੇਤੀ ਭੂਮੀ। ਇਹ ਵੀ ਸ਼ਬਦ ਯਾਦ ਰੱਖਣੇ ਨੇ। ਬਿਜਾਈ ਹੇਠ ਭੂਮੀ ਦਾ ਭਾਵ ਹੁੰਦਾ ਗਾ ਜਿੱਥੇ ਅਸੀਂ ਖੇਤੀ ਕਰ ਸਕਦੇ ਹਾਂ। ਖੇਤੀ ਦੀਆਂ ਜੋ ਖੇਤੀ ਕਿਹੜੀ ਕਿੱਥੇ ਕੀ ਹੋਊ ਉਹ ਅੱਗੇ ਮਿੱਟੀ ਦੀ ਕਿਸਮ 'ਤੇ ਕਰਦਾ ਗਾ, ਪਰ ਉੱਥੇ ਅਸੀਂ ਫਸਲ ਤਾਂ ਬੀਜ ਸਕਦੇ ਹਾਂ ਨਾ, ਉਹ ਹੈਗੀ 46%। ਜੇ ਅਸੀਂ ਗੱਲ ਕਰੀਏ ਗੈਰ ਖੇਤੀ ਭੂਮੀ, ਭਾਵ ਲੈਂਡ ਜਿੱਥੇ ਅਸੀਂ ਖੇਤੀ ਨਹੀਂ ਕਰ ਸਕਦੇ। ਗੈਰ ਖੇਤੀ ਭੂਮੀ ਭਾਵ ਉੱਥੇ ਅਸੀਂ ਆਪਣੇ ਘਰ, ਸ਼ਹਿਰ, ਸੜਕਾਂ, ਲਾਈਨਾਂ, ਦਰਿਆ ਵਗੈਰਾ ਹਨ, ਤਾਂ ਕਰਕੇ ਉਸ ਭੂਮੀ 'ਤੇ ਅਸੀਂ ਖੇਤੀ ਨਹੀਂ ਕਰ ਸਕਦੇ। ਉਹ ਸਾਡੇ ਭਾਰਤ ਦੇ ਕੁੱਲ ਖੇਤਰਫਲ ਦਾ 14% ਹੈ, 14% ਹੈ, 14। ਜੇਕਰ ਅਸੀਂ ਗੱਲ ਕਰੀਏ ਖੇਤੀਯੋਗ ਭੂਮੀ ਤਾਂ ਉਹ 46% ਹੈ। ਜੇਕਰ ਗੱਲ ਕਰੀਏ ਗੈਰ ਖੇਤੀਯੋਗ ਤਾਂ ਉਹ ਹੈ 14%। ਇਸ ਵਿੱਚ ਬੰਜਰ ਭੂਮੀ ਵੀ ਆ ਜਾਂਦੀ ਹੈ। ਉਸ ਤੋਂ ਬਾਅਦ ਅੱਗੇ ਆ ਜਾਂਦਾ ਹੈਗਾ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਮਤਲਬ ਕੀ ਹੈਗਾ, ਉੱਥੇ ਖੇਤੀ ਤਾਂ ਕੀਤੀ ਜਾ ਸਕਦੀ ਆ, ਪਰ 1 ਜਾਂ 5 ਸਾਲ ਤੱਕ, ਤਾਂ ਜੋ ਉਸ ਦੀ ਉਪਜਾਊ ਸ਼ਕਤੀ ਵਾਪਸ ਆ ਜੇ, ਅਸੀਂ ਉਸ ਭੂਮੀ ਨੂੰ ਛੱਡ ਦਿੰਦੇ ਹਾਂ। ਇਹ ਭਾਰਤ ਦੇ ਉੱਤੇ, ਭਾਰਤ ਦੀ ਕੁੱਲ ਖੇਤਰਫਲ ਦਾ 8% ਬਣਦਾ ਹੈ।
ਖੇਤੀਯੋਗ ਭੂਮੀ 46%, ਬਿਨਾਂ ਖੇਤੀਯੋਗ ਭੂਮੀ 14%, ਅਤੇ ਇਸ ਤੋਂ ਬਾਅਦ ਖੇਤੀਯੋਗ ਪਰੰਤੂ ਵਿਅਰਥ। ਖੇਤੀਯੋਗ ਤਾਂ ਅੱਗੇ ਖੇਤੀਯੋਗ ਤਾਂ ਹੈ ਪਰ ਉਹ ਵਿਅਰਥ ਭੂਮੀ ਆ, ਭਾਵ ਉੱਥੇ ਮਤਲਬ ਖੇਤੀਯੋਗ ਤਾਂ ਹੈ ਪਰ ਉੱਥੇ ਜੋ ਤੱਤ ਨੇ, ਪੌਸ਼ਟਿਕ ਤੱਤ ਨੇ, ਉਹਨਾਂ ਦੀ ਘਾਟ ਕਰਕੇ ਉੱਥੇ ਲੂਣਾਂ ਦੀ ਮਾਤਰਾ ਵੱਧ ਗਈ, ਸ਼ੋਰੇ ਦੀ ਮਾਤਰਾ ਵੱਧ ਗਈ, ਜਾਂ ਮਿੱਟੀ ਦਾ ਭੌਂਖੋਰ ਹੋ ਗਿਆ। ਉਹ ਮਿੱਟੀ ਨੂੰ ਅਸੀਂ ਕਹਿੰਦੇ ਆਂਗੇ ਖੇਤੀਯੋਗ ਪਰੰਤੂ ਵਿਅਰਥ ਭੂਮੀ। ਖੇਤੀਯੋਗ ਤਾਂ ਸੀ ਪਰ ਹੁਣ ਵਿਅਰਥ ਹੋ ਗਈ ਹੈ। ਉਹ ਹੈਗੀ ਆ ਸਾਡੀ 4%, ਉਹ ਸਾਡੀ ਹੈਗੀ ਆ 5%। ਅਸੀਂ ਹੁਣ ਤੱਕ ਪਹਿਲਾਂ ਦੇਖਿਆ ਗਾ ਖੇਤੀਯੋਗ ਭੂਮੀ 46%, ਖੇਤੀ ਤੋਂ ਬਿਨਾਂ ਭੂਮੀ ਭਾਵ ਅਸੀਂ ਉਸ ਦੇ ਉੱਤੇ ਸਕੂਲ, ਸੜਕਾਂ, ਘਰ ਵਗੈਰਾ ਬਣਾ ਰੱਖੇ ਨੇ। ਗੈਰ ਖੇਤੀ ਭੂਮੀ ਉਹ ਹੈਗੀ ਆ 14%। ਅੱਗੇ ਅਸੀਂ ਕਰ ਦਿਆਂਗੇ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ ਭਾਵ ਉਸ ਨੂੰ ਅਸੀਂ 1 ਜਾਂ 1, 2, 3, 4, 5 ਸਾਲ ਤੱਕ ਛੱਡ ਦਿੰਦੇ ਹਾਂ, ਖਾਲੀ ਛੱਡ ਦਿੰਦੇ ਹਾਂ ਤਾਂ ਜੋ ਉਸ ਦੀ ਉਪਜਾਊ ਸ਼ਕਤੀ ਦੁਬਾਰਾ ਆ ਜੇ, ਉਹ 8% ਆ। ਜੇ ਅਸੀਂ ਗੱਲ ਕਰੀਏ ਖੇਤੀਯੋਗ ਪਰੰਤੂ ਵਿਅਰਥ, ਖੇਤੀਯੋਗ ਪਹਿਲਾਂ ਸੀ ਪਰ ਹੁਣ ਨਹੀਂ ਰਹੀ, ਹੁਣ ਉਹ ਬਿਲਕੁਲ ਬੰਜਰ ਬਣ ਗਈ ਹੈ, ਤਾਂ ਉਹ ਹੈ 5%। ਜੇ ਅਸੀਂ ਗੱਲ ਕਰੀਏ ਭਾਰਤ ਵਿੱਚ ਚਰਾਗਾਹਾਂ, ਚਰਾਗਾਹਾਂ ਦਾ ਕੰਮ ਹੁਣ ਘਟਦਾ ਜਾ ਰਿਹਾ, ਪੰਜਾਬ ਦੇ ਵਿੱਚ ਤਾਂ ਖਤਮ ਹੀ ਹੋ ਗਿਆ। ਚਰਾਗਾਹਾਂ ਭਾਵ ਜਿੱਥੇ ਘਾਹ, ਜਿੱਥੇ ਪਹਿਲਾਂ ਲੋਕ ਆਪਣੇ ਪਸ਼ੂਆਂ ਨੂੰ ਚਰਾ ਕੇ ਲਿਆਉਂਦੇ ਸਨ, ਉਹ ਹੈ ਚਰਾਗਾਹਾਂ। ਉਹ ਭਾਰਤ ਦੇ ਕੁੱਲ ਖੇਤਰਫਲ ਦਾ 4% ਹੈ। ਭਾਰਤ ਦੇ ਵਿੱਚ ਤਾਂ ਹੁਣ ਅੱਜ ਕੱਲ੍ਹ ਬਿਲਕੁਲ ਇਹ ਬਹੁਤ ਘਟ ਗਿਆ ਹੈ। ਇੱਕ ਕੁਐਸਚਨ ਇਹ ਆ ਜਾਂਦਾ ਬਹੁਤ ਵਾਰੀ ਕਿ ਭਾਰਤ ਦੇ ਵਿੱਚ ਜੰਗਲਾਂ ਹੇਠ ਕਿੰਨੀ ਭੂਮੀ ਆ, ਕਿ ਭਾਰਤ ਦੇ ਵਿੱਚ ਜੰਗਲਾਂ ਹੇਠ ਭੂਮੀ ਕਿੰਨੀ ਆ। ਤਾਂ ਜੰਗਲਾਂ ਹੇਠ ਭਾਰਤ ਦੇ ਵਿੱਚ ਭੂਮੀ ਹੈਗੀ ਆ 22.2%। ਇਹਨੂੰ ਚੰਗੀ ਤਰ੍ਹਾਂ ਯਾਦ ਰੱਖਿਓ, ਭਾਰਤ ਦੇ ਵਿੱਚ ਜੰਗਲਾਂ ਹੇਠ ਭੂਮੀ ਹੈ 22.2%। ਪਰ ਭਾਰਤ ਵਿੱਚ ਜੰਗਲਾਂ ਹੇਠ ਭੂਮੀ ਚਾਹੀਦੀ ਕਿੰਨੀ ਸੀ, ਇਹ ਵੀ ਕੁਐਸਚਨ ਆ ਜਾਂਦਾ ਕਿ ਭਾਰਤ ਵਿੱਚ ਜੰਗਲਾਂ ਹੇਠ ਭੂਮੀ ਕਿੰਨੀ ਚਾਹੀਦੀ ਸੀ, ਤਾਂ 33%। ਆਮ ਤੌਰ 'ਤੇ ਕਿਹਾ ਜਾਂਦਾ ਕਿਸੇ ਦੇਸ਼ ਦਾ ਜਿੰਨਾ ਖੇਤਰਫਲ ਹੈ ਉਸ ਦਾ 1/3, ਉਸ ਦਾ 1/3 ਹਿੱਸਾ ਜੰਗਲਾਂ ਦੇ ਹੇਠ ਹੋਣਾ ਚਾਹੀਦਾ ਹੈ। ਅਸੀਂ ਇਹ ਕੀਤਾ ਸੀ ਭੂਮੀ ਦੀ ਵਰਤੋਂ ਕਿਵੇਂ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ। ਇਹ ਥੋੜ੍ਹਾ ਪਿਛਲਾ ਕੰਮ ਤਾਂ ਯਾਦ ਕਰਾਇਆ ਤਾਂ ਜੋ ਤੁਹਾਨੂੰ ਪਿਛਲਾ ਕੰਮ ਵੀ ਚੰਗੀ ਤਰ੍ਹਾਂ ਚੇਤੇ ਆ ਰਹੇ, ਤੁਸੀਂ ਭੁੱਲੋ ਨਾ। ਅੱਗੇ ਅਸੀਂ ਪੜ੍ਹਿਆ ਸੀਗਾ ਮਿੱਟੀ ਬਾਰੇ, ਮਿੱਟੀ ਦੀਆਂ 6 ਕਿਸਮਾਂ। ਸਭ ਤੋਂ ਪਹਿਲਾਂ ਅਸੀਂ ਪੜ੍ਹੀ ਸੀ ਜਲੋੜ੍ਹ ਮਿੱਟੀ, ਉਹ ਪਾਈ ਜਾਂਦੀ ਆ ਭਾਰਤ ਦੇ ਕੁੱਲ ਖੇਤਰਫਲ 'ਤੇ 45%। ਉਹ ਵਧੀਆ ਮਿੱਟੀ ਹੈ। ਉਹ ਨਦੀਆਂ ਜਲ ਲੋੜ ਹੁੰਦਾ ਗਾ ਲਿਆਉਣਾ, ਜਲ ਪਾਣੀ ਰਾਹੀਂ, ਲੋੜ ਲਿਆਉਣਾ, ਲੱਦ ਕੇ ਕਿਸੇ ਚੀਜ਼ ਨੂੰ ਲੋਡ ਕਰਕੇ ਲਿਆਉਣਾ, ਤਾਂ ਜਲੋੜ੍ਹ ਮਿੱਟੀ ਇਹ ਹਰੇ ਦਰਿਆਵਾਂ ਦੇ ਰਾਹੀਂ ਬਣਦੀ ਹੈ। ਇਹ ਭਾਰਤ ਦੀ ਕੁੱਲ ਖੇਤਰਫਲ ਦਾ 45% ਪਾਈ ਜਾਂਦੀ ਹੈ। ਫਿਰ ਅਸੀਂ ਪੜ੍ਹਿਆ ਸੀਗਾ ਕਾਲੀ ਮਿੱਟੀ ਬਣਦੀ ਆ ਅਗਨੀ ਚਟਾਨਾਂ ਤੋਂ, ਇਹ ਪਾਈ ਜਾਂਦੀ ਹੈ 16.6% ਹਿੱਸੇ 'ਤੇ। ਇਸ ਨੂੰ ਅਸੀਂ ਕਪਾਹੀ ਜਾਂ ਰੈਗੂਰ ਮਿੱਟੀ ਆਖਦੇ ਹਾਂ। ਫਿਰ ਅਸੀਂ ਕੀਤਾ ਸੀਗਾ ਲਾਲ ਮਿੱਟੀ ਪਾਈ ਜਾਂਦੀ ਹੈਗੀ 10.6% ਹਿੱਸੇ 'ਤੇ। ਫਿਰ ਅਸੀਂ ਕੀਤਾ ਸੀਗਾ ਲੈਟਰਾਈਟ ਮਿੱਟੀ ਵਿੱਚ 90 ਤੋਂ 100% ਤੱਕ ਲੋਹ ਤੱਤਾਂ ਦੀ ਬਹੁਤਾਤ ਹੁੰਦੀ ਆ, ਤਾਂ ਕਰਕੇ ਇਹ ਮਿੱਟੀ ਖੇਤੀ ਦੇ ਯੋਗ ਨਹੀਂ ਹੈ। ਇਹ ਮਿੱਟੀ ਚਾਹ, ਰਬੜ, ਕੌਫੀ ਆਦਿ ਫਸਲਾਂ ਲਈ ਬਹੁਤ ਵਧੀਆ ਹੈ। ਜੇਕਰ ਕੁਐਸਚਨ ਆ ਜਾਵੇ ਕਿ ਚਾਹ ਦੀ ਫਸਲ ਲਈ ਜਾਂ ਕੌਫੀ ਦੀ ਫਸਲ ਲਈ ਕਿਹੜੀ ਮਿੱਟੀ ਵਧੀਆ ਹੈ, ਉਹ ਹੈ ਲੈਟਰਾਈਟ ਮਿੱਟੀ। ਇਹ ਜੋ ਅਸੀਂ ਸਾਡੇ ਇਮਾਰਤਾਂ ਦੇ ਵਿੱਚ ਇੱਟਾਂ ਬਣਾਉਂਦੇ ਹਾਂ ਉਸ ਦੇ ਵੀ ਬਹੁਤ ਵਧੀਆ ਇਹ ਕੰਮ ਆਉਂਦੀ ਹੈ। ਜੋ ਇੱਟਾਂ ਬਣਦੀਆਂ ਹਨ, ਵਧੀਆ ਇੱਟਾਂ, ਉਹ ਬਣਦੀਆਂ ਨੇ ਲੈਟਰਾਈਟ ਮਿੱਟੀ ਦੀਆਂ। ਫਿਰ ਅਸੀਂ ਕੀਤਾ ਸੀਗਾ ਜੰਗਲੀ ਅਤੇ ਪਰਬਤੀ ਮਿੱਟੀ। ਇਹ ਜੰਗਲਾਂ ਅਤੇ ਪਰਬਤਾਂ ਪੂਰਬੀ ਅਤੇ ਪੱਛਮੀ ਘਾਟਾਂ ਵਿੱਚ ਮਿਲਦੀ ਹੈ। ਫਿਰ ਅਸੀਂ ਕੀਤਾ ਸੀਗਾ ਮਾਰੂਥਲੀ ਮਿੱਟੀ ਰਾਜਸਥਾਨ ਵਗੈਰਾ 'ਚ ਪਾਈ ਜਾਂਦੀ ਹੈ। ਇਹ ਮਿਲਦੀ ਹੈ 4.3% ਹਿੱਸੇ 'ਤੇ। ਹੁਣ ਜੇਕਰ ਅਸੀਂ ਮਿੱਟੀਆਂ ਦੀ ਗੱਲ ਕਰੀਏ, ਕੁਐਸਚਨ ਆ ਜੇ ਭਾਰਤ ਵਿੱਚ ਕਿੰਨੀਆਂ ਮਿੱਟੀਆਂ ਨੇ, ਤਾਂ ਭਾਰਤ ਵਿੱਚ 6 ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ। ਜਲੋੜ੍ਹ ਮਿੱਟੀ ਜੋ ਕਿ 45% ਹੈ, ਕਾਲੀ ਮਿੱਟੀ ਜੋ ਕਿ 14% ਹੈ, ਲਾਲ ਮਿੱਟੀ
ਲਾਲ ਮਿੱਟੀ ਪਾਈ ਜਾਂਦੀ ਹੈ 10.6%। ਜੋ ਲਾਲ ਮਿੱਟੀ ਹੈ ਉਹ ਪਾਈ ਜਾਂਦੀ ਹੈ 10.6%। ਫਿਰ ਅਸੀਂ ਕੀਤਾ ਸੀਗਾ ਲੈਟਰਾਈਟ ਮਿੱਟੀ। ਲੈਟਰਾਈਟ ਮਿੱਟੀ ਦੇ ਵਿੱਚ ਲੋਹ ਤੱਤਾਂ ਦੀ ਬਹੁਤਾਤ ਪਾਈ ਜਾਂਦੀ ਹੈ, ਇਸ ਲਈ ਇਹ ਖੇਤੀਯੋਗ ਨਹੀਂ ਹੈ। ਇਸ 'ਤੇ ਚਾਹ, ਰਬੜ, ਕੌਫੀ ਵਗੈਰਾ ਦੀ ਫਸਲ ਵਧੀਆ ਹੁੰਦੀ ਹੈ। ਫਿਰ ਅਸੀਂ ਕੀਤਾ ਸੀ ਜੰਗਲੀ ਮਿੱਟੀ, ਜੰਗਲੀ ਅਤੇ ਪਰਬਤੀ ਮਿੱਟੀ। ਫਿਰ ਐਂਡ 'ਤੇ ਅਸੀਂ ਕੀਤਾ ਸੀ ਕੱਲ੍ਹ ਮਾਰੂਥਲੀ ਮਿੱਟੀ। ਜੋ ਮਾਰੂਥਲੀ ਮਿੱਟੀ ਆ ਇਹ ਪਾਈ ਜਾਂਦੀ ਆ 4.3% ਹਿੱਸੇ 'ਤੇ। ਸਾਡਾ ਅੱਜ ਦਾ ਟੌਪਿਕ ਹੈ ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ। ਜੇਕਰ ਕਿਸੇ ਬੱਚੇ ਨੂੰ ਪਹਿਲਾਂ ਵਾਲੀਆਂ ਗੱਲਾਂ ਹੋਰ ਚੰਗੀ ਤਰ੍ਹਾਂ ਸਮਝ ਨਹੀਂ ਆਣੇ ਤਾਂ ਜੋ ਪਹਿਲਾਂ ਡੇਲੀ ਡੋਜ਼ ਦੀਆਂ ਵੀਡੀਓ ਕੱਲੀ ਮਿੱਟੀ ਉੱਪਰ ਪਾਈ ਹੈ ਉਹ ਜ਼ਰੂਰ ਦੇਖੋ, ਤਾਂ ਜੋ ਤੁਹਾਨੂੰ ਲਾਲ ਮਿੱਟੀ, ਕਾਲੀ ਮਿੱਟੀ, ਲੈਟਰਾਈਟ ਮਿੱਟੀ ਬਾਰੇ ਚੰਗੀ ਤਰ੍ਹਾਂ ਹੋਰ ਪਤਾ ਲੱਗ ਸਕੇ ਅਤੇ ਉਹਨਾਂ ਦੇ ਕੁਐਸਚਨ ਆਨਸਰ ਵੀ ਤੁਸੀਂ ਕਰ ਸਕੋ। ਅੱਜ ਅਸੀਂ ਕਰਾਂਗੇ ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ। ਕਿਉਂਕਿ ਮਿੱਟੀ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਬਿਨਾਂ ਮਨੁੱਖ ਅਧੂਰਾ ਹੈ। ਅਸੀਂ ਮਿੱਟੀ ਵਿੱਚ ਹੀ ਜੰਮਦੇ ਹਾਂ, ਮਿੱਟੀ ਵਿੱਚ ਹੀ ਪਲਦੇ ਹਾਂ ਅਤੇ ਮਿੱਟੀ ਵਿੱਚ ਹੀ ਅਸੀਂ ਅਖੀਰ ਦੇ ਵਿੱਚ ਮਿਲ ਜਾਂਦੇ ਹਾਂ। ਮਿੱਟੀ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਬਿਨਾਂ ਮਨੁੱਖ ਅਧੂਰਾ ਹੈ। ਮਨੁੱਖ ਦਾ ਸਾਰਾ ਖਾਣ ਪੀਣ ਮਿੱਟੀ 'ਤੇ ਹੀ ਨਿਰਭਰ ਕਰਦਾ ਹੈ। ਖੇਤੀਬਾੜੀ ਵਾਸਤੇ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ, ਪਰੰਤੂ ਇਸ ਦਾ ਉਪਜਾਊਪਣ ਬਰਾਬਰ ਨਹੀਂ ਰਹਿੰਦਾ, ਕਿਉਂਕਿ ਕਈ ਕਾਰਨਾਂ ਕਰਕੇ, ਜਿਵੇਂ ਅਸੀਂ ਪਹਿਲਾਂ ਪੜ੍ਹਿਆ ਹੈ ਖੇਤੀ ਤੋਂ ਬਿਨਾਂ ਵਿਅਰਥ ਭੂਮੀ, ਗੈਰ ਖੇਤੀ ਭੂਮੀ। ਅਸੀਂ ਪੜ੍ਹਿਆ ਲੈਟਰਾਈਟ ਮਿੱਟੀ ਦੇ ਜਿਹੜੇ ਉਪਜਾਊ ਤੱਤ ਨੇ ਉਹ ਜ਼ਿਆਦਾ ਮੀਂਹ ਕਰਕੇ ਮੀਂਹ ਦੇ ਪਾਣੀ ਵਿੱਚ ਵਗ ਜਾਂਦੇ ਹਨ। ਇਸ ਤਰ੍ਹਾਂ ਇਸ ਦਾ ਉਪਜਾਊਪਣ ਇੱਕ ਸਮਾਨ ਨਹੀਂ ਰਹਿੰਦਾ, ਵੱਧਦਾ ਘਟਦਾ ਰਹਿੰਦਾ ਹੈ। ਇਸ ਕਾਰਨ ਮਿੱਟੀ ਸਾਧਨ ਨਾਲ ਪੇਸ਼ ਆਉਂਦੀਆਂ ਸਮੱਸਿਆਵਾਂ ਹਨ। ਮਿੱਟੀ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ। ਮਿੱਟੀ ਦਾ ਖੁਰ ਜਾਣਾ, ਭੋਂਖੋਰ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟ ਜਾਣਾ, ਮਿੱਟੀ ਦਾ ਰੇਤਲਾਪਨ, ਸੇਮ ਹੁੰਦਾ ਗਾ ਮਿੱਟੀ ਵਿੱਚ ਨਮੀ ਜ਼ਿਆਦਾ ਰਹਿਣਾ, ਸੇਮ ਦੀ ਸਮੱਸਿਆ, ਕਿਉਂਕਿ ਜੋ ਕੰਢੀ ਇਲਾਕੇ ਨੇ ਉੱਥੇ ਇਹ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਜਿਸ ਕਰਕੇ ਉੱਥੇ ਪੌਦੇ ਚੰਗੀ ਤਰ੍ਹਾਂ ਉੱਗ ਨਹੀਂ ਸਕਦੇ। ਮਿੱਟੀ ਵਿੱਚ ਤੇਜ਼ਾਬੀ ਜਾਂ ਖਾਰਾਪਨ, ਤੇਜ਼ਾਬੀ ਵਿੱਚ ਲੂਣ ਦੀ ਮਾਤਰਾ ਵੱਧ ਜਾਣਾ, ਮਿੱਟੀ ਦੀ ਸਮਰੱਥਾ ਤੋਂ ਵੱਧ ਵਰਤੋਂ। ਅੱਜ ਕੱਲ੍ਹ ਕੀ ਹੋ ਗਿਆ, ਅੱਜ ਕੱਲ੍ਹ ਅਸੀਂ ਬਹੁ ਫਸਲੀ ਖੇਤੀ ਕਰਨ ਲੱਗ ਪਏ ਹਾਂ। ਮਿੱਟੀ ਨੂੰ ਅਸੀਂ ਬਿਲਕੁਲ ਵੀ ਖਾਲੀ ਨਹੀਂ ਛੱਡਦੇ, ਇੱਕ ਤੋਂ ਬਾਅਦ ਦੂਜੀ ਫਸਲ, ਦੂਜੀ ਤੋਂ ਬਾਅਦ ਤੀਜੀ ਫਸਲ। ਜਿਵੇਂ ਅਸੀਂ ਅਪ੍ਰੈਲ ਦੇ ਮਹੀਨੇ ਕਣਕ ਦੀ ਵਾਢੀ ਕਰਦੇ ਹਾਂ, ਕਣਕ ਨੂੰ ਵੱਢਣ ਤੋਂ ਬਾਅਦ ਅਸੀਂ ਨਾਲ ਦੀ ਨਾਲ ਮੱਕੀ, ਸੂਰਜਮੁਖੀ ਜਾਂ ਅਸੀਂ ਮੂੰਗੀ ਵਗੈਰਾ ਲਾ ਦਿੰਦੇ ਹਾਂ, ਜੋ ਕਿ ਲਗਭਗ 60 ਦਿਨਾਂ ਵਿੱਚ 60 ਡੇਜ਼ ਦੇ ਵਿੱਚ ਪੱਕ ਜਾਂਦੀ ਹੈ। ਤਾਂ ਉਹਨੂੰ ਕੱਟਣ ਤੋਂ ਨਾਲ ਦੀ ਨਾਲ ਅਸੀਂ ਝੋਨਾ ਵਗੈਰਾ ਲਾ ਦਿੰਦੇ ਹਾਂ। ਫਿਰ ਝੋਨੇ ਨੂੰ ਅਸੀਂ ਕੱਟਦੇ ਹਾਂ ਸਤੰਬਰ ਅਕਤੂਬਰ 'ਚ ਜਾ ਕੇ, ਫਿਰ ਕਣਕ ਬੀਜ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਮਿੱਟੀ ਨੂੰ ਬਿਲਕੁਲ ਵੀ ਖਾਲੀ ਨਹੀਂ ਛੱਡਦੇ। ਮਿੱਟੀ 'ਤੇ ਪਾਣੀ ਦਾ ਖੜ੍ਹੇ ਰਹਿਣਾ, ਭਾਵ ਮਿੱਟੀ ਦਲਦਲੀ ਬਣ ਜਾਂਦੀ ਹੈ। ਅੱਗੇ ਕੁਐਸਚਨ ਆਨਸਰ ਆ ਗਏ। ਖੇਤੀਬਾੜੀ ਲਈ ਮਿੱਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ? ਪਤਾ ਹੀ ਹੈ ਸਾਰਿਆਂ ਨੂੰ, ਉਪਜਾਊ ਮਿੱਟੀ। ਉਪਜਾਊ ਮਿੱਟੀ ਦਾ ਫਰਟਾਈਲ ਸੋਇਲ ਦਾ ਹੋਣਾ ਜ਼ਰੂਰੀ ਹੈ। ਮਿੱਟੀ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਇਹਨਾਂ ਵਿੱਚੋਂ ਪੁਆਇੰਟ ਦਿੱਤੇ ਹੋਏ ਨੇ, ਜਿਹੜਾ ਮਰਜ਼ੀ ਲਿਖ ਸਕਦੇ ਹੋ ਖਾਲੀ ਥਾਵਾਂ। ਮਿੱਟੀ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਬਿਨਾਂ ਮਨੁੱਖ ਅਧੂਰਾ ਹੈ। ਜਿਸ ਤੋਂ ਬਿਨਾਂ ਮਨੁੱਖ ਕੀ ਹੈ? ਬਿਲਕੁਲ ਅਧੂਰਾ ਹੈ। ਖੇਤੀਬਾੜੀ ਵਾਸਤੇ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ। ਅੱਗੇ ਸਹੀ ਜਾਂ ਗਲਤ? ਮਨੁੱਖ ਦਾ ਸਾਰਾ ਖਾਣ ਪੀਣ ਮਿੱਟੀ 'ਤੇ ਹੀ ਨਿਰਭਰ ਕਰਦਾ ਹੈ, ਕਿਉਂਕਿ ਮਿੱਟੀ ਬਿਨਾਂ ਤਾਂ ਸਾਨੂੰ ਕੁਝ ਮਿਲਦਾ ਹੀ ਨਹੀਂ। ਮਿੱਟੀ ਦਾ ਉਪਜਾਊਪਣ ਬਰਾਬਰ ਰਹਿੰਦਾ ਹੈ, ਇਹ ਗਲਤ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਘਟਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਸ਼੍ਰੇਣੀ 8ਵੀਂ ਕੁਦਰਤੀ ਸਾਧਨ ਦਾ ਜੋ ਟੌਪਿਕ ਮਿੱਟੀ ਬਾਰੇ ਚੱਲ ਰਿਹਾ ਹੈ, ਉਸ ਬਾਰੇ ਕੁਐਸਚਨ ਆਨਸਰ ਅਤੇ ਉਸ ਬਾਰੇ ਪੜ੍ਹਿਆ ਹੈ। ਜੋ ਵਿਦਿਆਰਥੀਆਂ ਨੇ ਇਸ ਤੋਂ ਪਹਿਲਾਂ ਲਾਲ ਮਿੱਟੀ, ਕਾਲੀ ਮਿੱਟੀ ਬਾਰੇ ਪੜ੍ਹਨਾ ਹੈ, ਉਹ ਇਸ ਨਾਲ ਸੰਬੰਧਿਤ ਜੋ ਇਸ ਤੋਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਉਹ ਜ਼ਰੂਰ ਦੇਖਣ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੋਲ ਪਹੁੰਚਦੀ ਕਰੋ, ਤਾਂ ਜੋ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਧੰਨਵਾਦ।